ਹੈਲੋ ਡੀਅਰ ਸਟੂਡੈਂਟਸ, ਬੇਟੇ ਅੱਜ ਦਾ ਸਾਡਾ ਟੌਪਿਕ ਹੈ respiration. In the previous lecture we have discussed about the nutrition. Now the second life process is respiration. दूसरी लाइफ प्रोसेस है respiration. ਇੱਥੇ ਇੱਕ ਛੋਟਾ ਪ੍ਰੈਕਟੀਕਲ ਹੈ. Take some freshly prepared lime water in a test tube. ਇੱਕ ਟੈਸਟ ਟਿਊਬ ਦੇ ਵਿੱਚ ਲਾਈਮ ਵਾਟਰ ਲੈ ਲੈਣਾ, ਚੂਨੇ ਵਾਲਾ ਪਾਣੀ. ਬਲੋ ਏਅਰ ਥਰੂ ਦਿਸ ਲਾਈਮ ਵਾਟਰ. ਇਸ ਲਾਈਮ ਵਾਟਰ 'ਚ ਏਅਰ ਪਾਸ ਕਰੋ. ਨਾਓ ਹਾਊ ਲੌਂਗ ਇਟ ਟੇਕ ਫਾਰ ਏ ਟਾਈਮ ਲਾਈਮ ਵਾਟਰ ਟੂ ਟਰਨ ਮਿਲਕੀ. ਕਿੰਨਾ ਸਮਾਂ ਮਿਲਕੀ ਹੋਣ ਨੂੰ ਲੱਗੇਗਾ. ਜਦੋਂ ਅਸੀਂ ਆਪਣੀ ਜੋ ਐਗਜ਼ਹੇਲ ਏਅਰ ਹੈ, ਜੋ ਅਸੀਂ ਸਾਹ ਰਾਹੀਂ ਹਵਾ ਬਾਹਰ ਕੱਢਦੇ ਹਾਂ, ਉਸ ਨੂੰ ਇਸ ਵਿੱਚ ਹੀ ਬਲੋ ਕਰਾਂਗੇ ਤਾਂ ਇਹ ਮਿਲਕੀ ਹੋ ਜਾਵੇਗਾ. ਮਿਲਕੀ ਲਾਈਮ ਵਾਟਰ ਮਿਲਕੀ ਕਦੋਂ ਹੁੰਦਾ ਹੈ, ਵਾਈਟ ਕਲਰ ਦਾ ਕਦੋਂ ਹੁੰਦਾ ਹੈ, ਜਦੋਂ ਉਸ ਦੇ ਵਿੱਚ ਹੀ ਕਾਰਬਨ ਡਾਈਆਕਸਾਈਡ ਪਾਸ ਹੋ ਜਾਵੇ. ਇਟ ਮੀਨਸ ਇਹ ਕਲੀਅਰ ਹੋ ਗਿਆ ਕਿ ਅਸੀਂ ਸਾਹ ਰਾਹੀਂ ਕਾਰਬਨ ਡਾਈਆਕਸਾਈਡ ਕੱਢਦੇ ਹਾਂ. ਸੋ ਰੈਸਪੀਰੇਸ਼ਨ ਕੀ ਹੈ? ਜਦੋਂ ਅਸੀਂ ਆਕਸੀਜਨ ਅੰਦਰ ਲੈ ਕੇ ਜਾਂਦੇ ਹਾਂ ਤਾਂ ਕਾਰਬਨ ਸਾਡੇ ਸਾਹ ਰਾਹੀਂ ਬਾਹਰ ਆਉਂਦੀ ਹੈ. ਤਾਂ ਅੰਦਰ ਸਾਡੀ ਬਾਡੀ ਦੇ ਵਿੱਚ ਕੀ ਪ੍ਰੋਸੈਸ ਹੁੰਦਾ ਹੈ? We have discussed nutrition in organism in last section. Nutrition ਅਸੀਂ ਡਿਸਕਸ ਕਰੀ ਹੈ. ਆਟੋਟ੍ਰੋਪਸ, ਹੈਟਰੋਟ੍ਰੋਪਸ. The food material taken during the process of nutrition is used in cells to provide energy for various life processes. ਜੋ ਨਿਊਟ੍ਰੀਸ਼ਨ ਲੈਂਦੇ ਹਾਂ ਅਲੱਗ-ਅਲੱਗ ਪ੍ਰੋਸੈਸਿਸ ਲਈ એનર્ਜੀ ਦਿੰਦਾ ਹੈ. Deserve organism do this different ways. Some use oxygen to break down glucose completely into carbon dioxide and water. ਕੁਝ ਇਸ ਆਕਸੀਜਨ ਨੂੰ ਤੋੜ ਕੇ ਕਾਰਬਨ ਡਾਈਆਕਸਾਈਡ ਅਤੇ ਵਾਟਰ ਬਣਾਉਂਦੇ ਹਨ. ਐਂਡ ਸਮ ਅਦਰ ਪਾਥਵੇ, ਦੂਜਾ ਇਹ ਤਰੀਕਾ ਹੈ, ਦੇ ਡੂ ਨਾਟ ਇਨਵੋਲਵ ਆਕਸੀਜਨ ਇਨ ਆਲ ਕੇਸਿਸ. ਕਈ ਕੇਸਾਂ ਦੇ ਵਿੱਚ ਆਕਸੀਜਨ ਇਨਵੋਲਵ ਨਹੀਂ ਹੁੰਦੀ. ਇਨ ਦਾ ਫਸਟ ਸਟੈਪ ਇਜ਼ ਦੀ ਬ੍ਰੇਕਡਾਊਨ ਆਫ ਗਲੂਕੋਜ਼. ਪਹਿਲਾ ਸਟੈਪ ਕੀ ਹੈ? ਗਲੂਕੋਜ਼ ਦਾ ਟੁੱਟਣਾ. ਗਲੂਕੋਜ਼ ਦਾ ਫਾਰਮੂਲਾ ਵਿੱਚ 6 ਕਾਰਬਨ ਹੁੰਦੀਆਂ ਹਨ. 6 ਕਾਰਬਨਸ ਮੋਲੀਕਿਊਲਸ ਇੰਟੂ 3 ਕਾਰਬਨ ਮੋਲੀਕਿਊਲਸ ਕਾਲਡ ਪਾਇਰੋਵੇਟ. 6 ਮੋਲੀਕਿਊਲਸ ਦਾ 3 ਮੋਲੀਕਿਊਲਸ ਦੇ ਵਿੱਚ ਟੁੱਟ ਜਾਣ ਨੂੰ ਕਹਿੰਦੇ ਹਨ ਪਾਇਰੋਵੇਟ. ਦਿਸ ਪ੍ਰੋਸੈਸ ਟੇਕਸ ਪਲੇਸ ਇਨ ਸਾਈਟੋਪਲਾਜ਼ਮ. ਇਹ ਸਾਈਟੋਪਲਾਜ਼ਮ ਦੇ ਵਿੱਚ ਹੁੰਦੀ ਹੈ. ਦੀ ਪੋਰਸ਼ਨ ਬਿਟਵੀਨ ਨਿਊਕਲੀਅਸ ਐਂਡ ਸੈੱਲ ਮੈਂਬਰਨ, ਉਹ ਹੈ ਸਾਈਟੋਪਲਾਜ਼ਮ. Further, the pyruvate may be converted into ethanol and carbon dioxide. ਫਿਰ ਇਹ ਜਿਹੜੀ ਪਾਇਰੋਵੇਟ ਹੈ 3 ਮੋਲੀਕਿਊਲਸ ਵਾਲੀ ਈਥੇਨੋਲ ਅਤੇ ਕਾਰਬਨ ਦੇ ਵਿੱਚ ਕਨਵਰਟ ਹੋ ਜਾਂਦੀ ਹੈ. ਦਿਸ ਪ੍ਰੋਸੈਸ ਟੇਕ ਪਲੇਸ ਇਨ ਯੀਸਟ ਡਿਊਰਿੰਗ ਫਰਮੈਂਟੇਸ਼ਨ. ਜਦੋਂ ਖਮੀਰਨ ਹੁੰਦਾ ਹੈ, ਜਿਵੇਂ ਅਸੀਂ ਦਹੀਂ ਫਟਦਾ ਹੈ ਜਿਸ ਪ੍ਰੋਸੈਸ ਰਾਹੀਂ, ਉਸ ਪ੍ਰੋਸੈਸ ਨੂੰ ਕਿਹਾ ਗਿਆ ਫਰਮੈਂਟੇਸ਼ਨ. ਸਿੰਸ ਦਿਸ ਪ੍ਰੋਸੈਸ ਟੇਕਸ ਪਲੇਸ ਇਨ ਦਾ ਐਬਸੈਂਸ ਆਫ ਏਅਰ. ਜਦੋਂ ਇਹ ਪ੍ਰੋਸੈਸ ਏਅਰ ਦੀ ਐਬਸੈਂਸ 'ਚ ਹੁੰਦੀ ਹੈ, ਵੈਨ ਦੀ ਪ੍ਰੋਸੈਸ ਇਜ਼ ਅਗਰ ਇਨ ਦਾ ਐਬਸੈਂਸ ਆਫ ਐਨ ਏਅਰ ਔਰ ਆਕਸੀਜਨ, ਇਟ ਇਜ਼ ਕਾਲਡ ਐਨ ਐਰੋਬਿਕ ਰੈਸਪੀਰੇਸ਼ਨ. ਐਨ ਐਰੋਬਿਕ ਰੈਸਪੀਰੇਸ਼ਨ. ਜਦੋਂ ਇਨ ਦਾ ਪ੍ਰੈਜੈਂਸ ਆਫ ਏਅਰ ਹੁੰਦਾ ਹੈ, ਦੈਨ ਇਟ ਇਜ਼ ਕਾਲਡ ਐਰੋਬਿਕ ਰੈਸਪੀਰੇਸ਼ਨ. ਵੈਨ ਦਿਸ ਪ੍ਰੋਸੈਸ ਟੇਕਸ ਪਲੇਸ ਇਨ ਦਾ ਪ੍ਰੈਜੈਂਸ ਆਫ ਏਅਰ, ਦੈਨ ਇਟ ਇਜ਼ ਕਾਲਡ ਐਰੋਬਿਕ ਰੈਸਪੀਰੇਸ਼ਨ. ਵੈਨ ਇਟ ਟੇਕਸ ਪਲੇਸ in the absence of air, then it is called anaerobic. Breaking down of pyruvate using oxygen takes place in mitochondria. Mitochondria ਤੁਸੀਂ ਪੜ੍ਹਿਆ, ਪਾਵਰ ਹਾਊਸ ਆਫ ਸੈੱਲ, ਉੱਥੇ ਇਹ ਰਿਐਕਸ਼ਨ ਹੁੰਦੀ ਹੈ. ਦੀ ਪ੍ਰੋਸੈਸ ਬ੍ਰੇਕਸ ਅਪ ਇਨਟੂ 3 ਕਾਰਬਨ pyruvate molecule to give
3 molecules of carbon dioxide, the other product is water। दूसरा प्रोडक्ट फिर वाटर बन जाता है। ਇੱਥੇ ਤੁਸੀਂ ਇਹ ਯਾਦ ਰੱਖਣਾ, since the process takes place in the presence of air it is called aerobic respiration। ਇਹ ਡਿਫਰੈਂਸ ਆ ਜਾਂਦਾ ਹੈ aerobic respiration ਤੇ anaerobic respiration। ਦੋ ਵਰਡ ਹਨ, aerobic and anaerobic respiration। aerobic ਦੇ when the process occurs in the presence of air or oxygen, when it is occurs in the absence of air then it is called anaerobic respiration। now 3 processes ਇਸ ਚਾਰਟ ਦੇ ਵਿੱਚ ਵੀ ਦਿੱਤੀਆਂ ਹੋਈਆਂ ਨੇ। ਗਲੂਕੋਜ਼ ਤੋਂ ਪਾਇਰੋਵੇਟ ਬਣਨਾ 6 ਕਾਰਬਨ ਮੋਲੀਕਿਊਲਸ ਤੋਂ 3, ਇੱਕ ਤਾਂ ਇਨ ਦਾ ਐਬਸੈਂਸ ਆਫ ਆਕਸੀਜਨ, ਆਕਸੀਜਨ ਦੀ ਗੈਰ ਹਾਜ਼ਰੀ ਦੇ ਵਿੱਚ, ਇੱਕ ਇਨ ਦਾ ਪ੍ਰੈਜੈਂਸ ਆਫ ਆਕਸੀਜਨ, ਇੱਕ ਆਕਸੀਜਨ ਦੀ ਹਾਜ਼ਰੀ ਦੇ ਵਿੱਚ, ਤੀਸਰਾ ਲੇਕ ਆਫ ਆਕਸੀਜਨ, ਘੱਟ ਆਕਸੀਜਨ ਦੇ ਵਿੱਚ। ਜਦੋਂ ਇਨ ਐਬਸੈਂਸ ਬਣਦਾ ਹੈ ਤਾਂ ਬਣਦਾ ਹੈ ਈਥੇਨੋਲ, ਕਾਰਬਨ ਡਾਈਆਕਸਾਈਡ ਅਤੇ ਐਨਰਜੀ। ਜਦੋਂ ਇਨ ਦਾ ਪ੍ਰੈਜੈਂਸ ਆਫ ਆਕਸੀਜਨ ਹੁੰਦਾ ਹੈ ਤਾਂ ਕਾਰਬਨ ਡਾਈਆਕਸਾਈਡ, ਵਾਟਰ ਪਲੱਸ ਐਨਰਜੀ। ਜਦੋਂ ਲੇਕ ਆਫ ਆਕਸੀਜਨ, ਘੱਟ ਆਕਸੀਜਨ 'ਚ, ਦੈਨ ਇਟ ਇਜ਼ ਲੈਕਟਿਕ ਐਸਿਡ ਪਲੱਸ ਐਨਰਜੀ। ਤਾਂ ATPs ਫਾਰਮ ਹੋ ਜਾਂਦੇ ਹਨ। In these processes ATPs broke down giving rise to fixed amount of energy which can be endothermic reaction takes place in cell। endothermic ਕੀ ਹੁੰਦਾ, exothermic ਤੇ endothermic ਤੁਸੀਂ ਪੜ੍ਹੀਆਂ ਹੋਈਆਂ ਨੇ। exothermic reaction in which heat energy is given out and endothermic reaction is in which heat energy is absorbed। ਸੋ ਇਸ ਤਰ੍ਹਾਂ ਬਾਡੀ ਦੇ ਵਿੱਚ ਰੈਸਪੀਰੇਸ਼ਨ ਹੁੰਦੀ ਹੈ। ਗਲੂਕੋਜ਼ ਆ ਜਿਹੜਾ ਟੁੱਟ ਜਾਂਦਾ ਹੈ ਤੇ ਨਾਲ ਹੀ ਐਨਰਜੀ ਪੈਦਾ ਹੁੰਦੀ ਹੈ ਵਿਚ ਇਜ਼ ਯੂਜ਼ਡ ਇਨ ਦਾ ਬਾਡੀ ਫਾਰ ਵੇਰੀਅਸ ਪ੍ਰੋਸੈਸਿਸ। ਨਾਓ since anaerobic respiration pathway depends upon the oxygen, aerobic organism need ensure that there is a sufficient intake of oxygen। It has been seen in plants। ਪਲਾਂਟਸ ਦੇ ਵਿੱਚ ਜਦੋਂ ਦੇਖਦੇ ਹਾਂ ਐਕਸਚੇਂਜ ਗੈਸਿਸ ਥਰੂ ਸਟੋਮੇਟਾ, ਸਟੋਮੇਟਾ ਦੇ ਰਾਹੀਂ ਗੈਸ ਐਕਸਚੇਂਜ ਹੁੰਦੀ ਹਨ। ਐਂਡ ਲਾਰਜ ਇੰਟਰਸੈਲੂਲਰ ਸਪੇਸ ਇਨਸ਼ੋਰ ਦੈਟ ਆਲ ਸੈਲਸ ਆਰ ਇਨ ਕੰਟੈਕਟ ਵਿਦ ਏਅਰ। ਸਾਰੇ ਦੇ ਸਾਰੇ ਸੈੱਲ ਏਅਰ ਨਾਲ ਕੰਟੈਕਟ ਹੁੰਦੇ ਹਨ। ਕਾਰਬਨ ਡਾਈਆਕਸਾਈਡ ਐਂਡ ਆਕਸੀਜਨ ਆਰ ਐਕਸਚੇਂਜਡ ਬਾਏ ਡਿਫਿਊਜ਼ਨ ਏਅਰ। ਕਿਹੜੀਆਂ ਕਿਹੜੀਆਂ ਗੈਸਾਂ ਐਕਸਚੇਂਜ ਹੁੰਦੀਆਂ ਨੇ? ਕਾਰਬਨ ਡਾਈਆਕਸਾਈਡ ਐਂਡ ਆਕਸੀਜਨ। ਪਲਾਂਟਸ ਕਾਰਬਨ ਡਾਈਆਕਸਾਈਡ ਅਬਜ਼ੋਰਵ ਕਰਦੇ ਨੇ ਐਂਡ ਦੇ ਰਿਲੀਜ਼ ਆਕਸੀਜਨ। ਯੂ ਨੋ ਇਟ ਵੈਰੀ ਵੈਲ, ਤੁਹਾਨੂੰ ਪਤਾ ਹੈ। They can go into cells or away from them and out into the air। The direction of diffusion depends upon the environmental conditions and the requirement of the plant। ਜਿਹੜੀ ਡਾਇਰੈਕਸ਼ਨ ਹੈ ਕਿਹੜੀ ਗੈਸ ਕਿੱਧਰੋਂ ਕਿੱਧਰ ਨੂੰ ਜਾਣੀ ਹੈ ਇਹ ਰਿਕੁਆਇਰਮੈਂਟ 'ਤੇ ਡਿਪੈਂਡ ਕਰਦੀ ਹੈ। ਐਟ ਨਾਈਟ, ਰਾਤ ਦੇ ਸਮੇਂ, ਵੈਨ ਦੇਅਰ ਇਜ਼ ਨੋ ਫੋਟੋਸੈਂਥਸਿਸ, ਫੋਟੋਸੈਂਥਸਿਸ ਨਹੀਂ ਹੁੰਦੀ। ਫੋਟੋਸੈਂਥਸਿਸ ਕਦੋਂ ਹੁੰਦੀ ਹੈ? ਇਨ ਦਾ ਪ੍ਰੈਜੈਂਸ ਆਫ ਲਾਈਟ। ਸੋ ਰਾਤ ਟਾਈਮ ਅਕਰਿੰਗ ਕਾਰਬਨ ਡਾਈਆਕਸਾਈਡ ਐਲੀਮੀਨੇਸ਼ਨ ਇਜ਼ ਦੀ ਮੇਜਰ ਐਕਸਚੇਂਜ ਐਕਟੀਵਿਟੀ ਗੋਇੰਗ ਔਨ। ਉਸ ਟਾਈਮ ਕਾਰਬਨ ਡਾਈਆਕਸਾਈਡ ਹੈ ਜਿਹੜੀ ਉਹ ਰਿਲੀਜ਼ ਹੁੰਦੀ ਹੈ। ਡੂਰਿੰਗ ਦਾ ਡੇ, ਦਿਨ ਦੇ ਵਿੱਚ ਕਾਰਬਨ ਡਾਈਆਕਸਾਈਡ ਜਨਰੇਟਡ ਡੂਰਿੰਗ ਰੈਸਪੀਰੇਸ਼ਨ ਇਜ਼ ਯੂਜ਼ਡ ਅਪ ਫਾਰ ਦਾ ਫੋਟੋਸੈਂਥਸਿਸ। ਦਿਨ ਦੇ ਵਿੱਚ ਕਾਰਬਨ ਡਾਈਆਕਸਾਈਡ ਆ ਜਿਹੜੀ ਯੂਜ਼ ਕੀਤੀ ਜਾਂਦੀ ਹੈ। ਹੈਂਸ ਦੇਅਰ ਇਜ਼ ਏ ਨੋ ਕਾਰਬਨ ਡਾਈਆਕਸਾਈਡ ਰਿਲੀਜ਼, ਇਨਸਟੈਡ ਆਕਸੀਜਨ ਰਿਲੀਜ਼ ਇਜ਼ ਦਾ ਮੇਜਰ ਇਵੈਂਟ ਐਟ ਦਿਸ ਟਾਈਮ। ਦਿਨ ਦੇ ਸਮੇਂ ਆਕਸੀਜਨ ਆ ਜਿਹੜੀ ਉਹ ਰਿਲੀਜ਼ ਕੀਤੀ ਜਾਂਦੀ ਹੈ। So in case of animals have evolved different organs for uptake of oxygen from the environment। ਐਨੀਮਲ ਦੇ ਵਿੱਚ ਡਿਫਰੈਂਟ ਔਰਗਨਸ ਨੇ। ਜਿਵੇਂ ਮਨੁੱਖ ਹੈ ਜਿਹੜਾ ਲੰਗਸ ਰਾਹੀਂ ਆਕਸੀਜਨ ਲੈਂਦਾ ਹੈ,
ਤੇ ਫਰੋਗਸ ਨੇ ਜਿਹੜਾ ਮੋਇਸਟ ਕੈਵਿਟੀ ਰਾਹੀਂ ਲੈਂਦੇ ਹਨ। ਟਰੈਸਟਰੀਅਲ ਐਨੀਮਲਸ ਕੈਨ ਬਰੀਥ ਦਾ ਆਕਸੀਜਨ ਇਨ ਦਾ ਐਟਮੋਸਫੀਅਰ। ਧਰਤੀ 'ਤੇ ਰਹਿਣ ਵਾਲੇ ਜੀਵ ਐਟਮੋਸਫੀਅਰ ਵਾਲੀ ਆਕਸੀਜਨ 'ਚ ਸਾਹ ਲੈਂਦੇ ਹਨ। ਬਟ ਐਨੀਮਲਸ ਦੈਟ ਲਿਵ ਇਨ ਵਾਟਰ, ਜਿਹੜੇ ਪਾਣੀ ਵਿੱਚ ਰਹਿੰਦੇ ਹਨ, ਦੇ ਯੂਜ਼ ਦਾ ਆਕਸੀਜਨ ਡਿਜ਼ੋਲਵਡ ਇਨ ਵਾਟਰ, ਉਹ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਲੈਂਦੇ ਹਨ। ਇੱਥੇ ਇੱਕ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ, ਦੀ amount of dissolved oxygen in fairly low as compared to the amount of oxygen in air। ਪਾਣੀ ਵਿਚਲੀ ਆਕਸੀਜਨ ਹਵਾ ਵਿਚਲੀ ਬਾਹਰ ਵਾਲੀ ਆਕਸੀਜਨ ਨਾਲੋਂ ਘੱਟ ਹੁੰਦੀ ਹੈ। ਦੀ ਰੇਟ ਆਫ ਬਰੀਥਿੰਗ ਇਨ aquatic organism is much faster than seen in terrestrial organism। ਇਸ ਲਈ ਉਹਨਾਂ ਦੇ ਸਾਹ ਲੈਣ ਦੀ ਕਿਰਿਆ ਜਿਹੜੀ ਹੈ ਪਾਣੀ ਵਿਚਲੇ ਜੀਵਾਂ ਦੇ ਵਿੱਚ ਤੇਜ਼ ਹੁੰਦੀ ਹੈ, ਉਹ ਜਲਦੀ ਸਾਹ ਲੈਂਦੇ ਹਨ। ਉਹਨਾਂ ਦਾ ਬਰੀਦਿੰਗ ਰੇਟ ਹੈ ਜਿਹੜਾ ਹਾਈ ਹੁੰਦਾ ਹੈ ਧਰਤੀ ਵਾਲਿਆਂ 'ਤੇ। ਕਾਰਨ ਕੀ ਹੈ? ਆਕਸੀਜਨ ਦੀ ਅਮਾਊਂਟ ਪਾਣੀ ਵਿੱਚ ਘੱਟ ਡਿਜ਼ੋਲਵਡ ਹੁੰਦੀ ਹੈ ਅਤੇ ਹਵਾ ਦੇ ਵਿੱਚ ਵੱਧ ਹੁੰਦੀ ਹੈ। ਫਿਸ਼ ਟੇਕ ਇਨ ਵਾਟਰ ਥਰੂ ਦੇਅਰ ਮਾਊਥ ਐਂਡ ਫੋਰਸ ਇਟ ਪਾਸ ਦਾ ਗਿਲਸ। ਫਿਸ਼ ਹੈ ਜਿਹੜੀ ਗਿਲਸ ਰਾਹੀਂ ਰੈਸਪੀਰੇਸ਼ਨ ਕਰਦੀ ਹੈ, ਸਾਹ ਲੈਂਦੀ ਹੈ। ਵੇਅਰ ਦੀ ਡਿਜ਼ੋਲਵਡ ਆਕਸੀਜਨ ਇਜ਼ ਟੇਕਨ ਅਪ ਬਾਏ ਦਾ ਬਲੱਡ। ਟਰੈਸਟਰੀਅਲ ਆਰਗੈਨਿਜ਼ਮ ਯੂਜ਼ ਦਾ ਆਕਸੀਜਨ ਇਨ ਐਟਮੋਸਫੀਅਰ ਫਾਰ ਰੈਸਪੀਰੇਸ਼ਨ। ਧਰਤੀ 'ਤੇ ਰਹਿਣ ਵਾਲੇ ਜੀਵ ਐਟਮੋਸਫੀਅਰ ਵਾਲੀ ਆਕਸੀਜਨ ਨੂੰ ਰੈਸਪੀਰੇਸ਼ਨ ਲਈ ਯੂਜ਼ ਕਰਦੇ ਹਨ। ਦਿਸ ਆਕਸੀਜਨ ਇਜ਼ ਅਬਜ਼ੋਰਬਡ ਬਾਏ ਡਿਫਰੈਂਟ ਆਰਗਨਸ ਇਨ ਡਿਫਰੈਂਟ ਐਨੀਮਲਸ। ਅਲੱਗ-ਅਲੱਗ ਐਨੀਮਲਸ ਦੇ ਵਿੱਚ ਅਲੱਗ-ਅਲੱਗ ਔਰਗਨਸ ਹਨ। ਤੋ ਇੱਥੇ ਨਾਲ ਹੀ ਅਸੀਂ ਸਟੱਡੀ ਕਰਾਂਗੇ ਇਨ ਹਿਊਮਨ ਬੀਇੰਗ ਏਅਰ ਇਜ਼ ਟੇਕਨ ਇਨਟੂ ਦਾ ਬੋਡੀ ਥਰੂ ਦਾ ਨੋਸਟਰਲ। ਨਾਸਾਂ ਰਾਹੀਂ ਅਸੀਂ ਆਕਸੀਜਨ ਲੈਂਦੇ ਹਾਂ। ਦੀ ਏਅਰ ਪਾਸਿਸ ਥਰੂ ਦਾ ਨੋਸਟਰਲ ਇਜ਼ ਫਿਲਟਰਡ ਬਾਏ ਦਾ ਫਾਈਨ ਹੇਅਰ ਦੈਟ ਲਾਈਨ ਦੀ ਪਾਸਿਸ। ਜੋ ਸਾਡੇ ਵਾਲ ਹਨ ਉਹਨਾਂ ਰਾਹੀਂ ਫਿਲਟਰ ਕੀਤੀ ਜਾਂਦੀ ਹੈ, ਜੋ ਨੱਕ ਵਿਚਲੇ ਵਾਲ ਹਨ ਨੋਸਟਰਲਸ। ਦੀ ਪਾਸਿਸ ਇਜ਼ ਆਲਸੋ ਲਾਈਨਡ ਵਿਦ ਮੌਕਸ ਵਿਚ ਹੈਲਪਸ ਇਨ ਦਿਸ ਪ੍ਰੋਸੈਸ। ਅੱਗੇ ਇਹ ਜਿਹੜੀ ਏਅਰ ਹੈ ਮੌਕਸ ਰਾਹੀਂ ਜੋ ਨੱਕ ਦੇ ਵਿੱਚ ਹੁੰਦਾ ਹੈ ਉਸ ਵਿੱਚ ਹੀ ਪਾਸ ਹੁੰਦੀ ਹੈ। ਫਿਗਰ ਦੇ ਵਿੱਚ ਬੁੱਕ 'ਤੇ ਦੇਖ ਲੈਣਾ, ਬੜਾ ਕਲੀਅਰ ਹੈ। ਫਰਾਮ ਹੇਅਰ ਦੀ ਏਅਰ ਪਾਸਿਸ ਥਰੂ ਦਾ ਥਰੋਟ। ਗਲੇ ਵਿੱਚੋਂ ਹੁੰਦੀ ਹੋਈ ਇਨ ਟੂ ਦਾ ਲੰਗਸ, ਲੰਗਸ ਦੇ ਵਿੱਚ ਜਾਂਦੀ ਹੈ। ਦੀ ਰਿੰਗਸ ਆਫ ਕਾਰਟਿਲੇਜ ਆਰ ਪ੍ਰੈਜੈਂਟ ਇਨ ਦਾ ਥਰੋਟ। ਗਲੇ ਦੇ ਵਿੱਚ ਕਾਰਟਿਲੇਜ ਪ੍ਰੈਜੈਂਟ ਹੁੰਦੇ ਹਨ। ਦੀਜ਼ ਇਨਸ਼ੋਰ ਦੈਟ ਏਅਰ ਪਾਸਿਸ ਡਜ਼ ਨਾਟ ਕੋਲੈਪਸ। ਜਿਹੜੀ ਏਅਰ ਆ ਉਹ ਕੋਲੈਪਸ ਨਹੀਂ ਕਰਦੀ, ਵਨ ਸਾਈਡਡ ਫਲੋ ਹੈ। ਜਿਸ ਤਰ੍ਹਾਂ ਅਸੀਂ ਪਾਣੀ ਦਾ ਗਲਾਸ ਪੀਂਦੇ ਹਾਂ ਤਾਂ ਉਸ ਟਾਈਮ ਅਸੀਂ ਸਾਹ ਨਹੀਂ ਲੈ ਸਕਦੇ। ਉਸ ਟਾਈਮ ਕਾਰਟਿਲੇਜ ਆ ਜਿਹੜੀ ਇਸ ਨੂੰ ਵਿੰਡ ਪਾਈਪ ਨੂੰ, ਸਾਹ ਵਾਲੀ ਪਾਈਪ ਨੂੰ ਬੰਦ ਰੱਖਦੀ ਹੈ। ਅਤੇ ਜਦੋਂ ਹੀ ਜੇ ਪਾਣੀ ਪਾਸ ਆਊਟ ਹੋ ਗਿਆ ਤਾਂ ਫਿਰ ਉਹ ਸਾਡਾ ਸਾਹ ਹੈ ਜਿਹੜਾ ਚੱਲ ਪੈਂਦਾ ਹੈ। ਸੋ ਇਹਨੂੰ ਕੋਲੈਪਸ ਨਹੀਂ ਹੋਣ ਦਿੰਦੀ, ਓਵਰਲੈਪ ਨਹੀਂ ਹੋਣ ਦਿੰਦੀ। ਵਿਦਨ ਦਾ ਲੰਗਸ ਦੀ ਪਾਸਿਸ ਡਿਵਾਈਡ ਇਨਟੂ ਸਮਾਲਰ ਐਂਡ ਸਮਾਲਰ ਟਿਊਬਸ। ਅੱਗੇ ਜਿਹੜਾ ਲੰਗਸ ਦੇ ਵਿੱਚ ਆ ਛੋਟੀਆਂ ਛੋਟੀਆਂ ਟਿਊਬਾਂ ਦੇ ਵਿੱਚ ਇਹ ਡਿਵਾਈਡ ਹੋ ਜਾਂਦਾ, ਵਿਚ ਫਾਈਨਲੀ ਟਰਮੀਨੇਟ ਦੀ ਬਲਿਊਨ ਲਾਈਕ ਸਟਰਕਚਰ। ਜਿਹੜੀ ਇੱਕ ਗੁਹਾਰੇ ਵਰਗੀ ਸਟਰਕਚਰ ਹੈ ਵਿਚ ਆਰ ਕਾਲਡ ਐਲਵੋਲੀਸ, ਜਿਸ ਨੂੰ ਕੀ ਕਿਹਾ ਜਾਂਦਾ ਹੈ? ਐਲਵੋਲੀਸ। ਦੀ ਐਲਵੋਲੀ ਪ੍ਰੋਵਾਈਡ ਇਜ਼ ਲਾਰਜ ਸਰਫੇਸ ਵੇਅਰ ਐਕਸਚੇਂਜ ਆਫ ਗੈਸ ਕੈਨ ਟੇਕਸ ਪਲੇਸ। ਐਲਵੋਲੀ ਹੈ ਜਿਹੜੀ ਇੱਕ ਜ਼ਿਆਦਾ ਏਰੀਆ ਰੀਪ੍ਰਜੈਂਟ ਕਰਦੀ ਹੈ ਤਾਂ ਕਿ ਵੱਧ ਤੋਂ ਵੱਧ ਗੈਸ ਆ ਜਿਹੜੀ ਉਹ ਐਕਸਚੇਂਜ ਹੋ ਸਕੇ। ਦੀ ਵਾਲਸ ਆਫ ਐਲਵੋਲੀ ਕੰਟੇਨ ਐਨ ਐਕਸਟੈਂਸਿਵ ਨੈਟਵਰਕ ਆਫ ਬਲੱਡ ਵੈਸਲਸ। ਇੱਥੇ ਇੱਕ ਬਲੱਡ ਵੈਸਲਸ ਦਾ ਨੈਟਵਰਕ ਵੀ ਹੈ, ਅੱਗੇ ਹਾਰਟ ਦੇ ਵਿੱਚ ਜਾ ਕੇ ਪੜ੍ਹਾਂਗੇ। ਐਜ਼ ਵੀ ਹੈਵ ਸੀਨ ਇਨ ਅਰਲੀਅਰ ਈਅਰਸ ਵੈਨ ਵੀ ਬਰੀਥ ਇਨ ਵੀ ਲਿਫਟ ਅਵਰ ਲਿਵਸ ਐਂਡ ਫਲੈਟਨ ਅਵਰ ਡਾਇਆਫ੍ਰੈਗਮ। ਜਦੋਂ ਅਸੀਂ ਸਾਹ ਅੰਦਰ ਲੈਂਦੇ ਹਾਂ ਤਾਂ ਸਾਡੇ ਜਿਹੜੇ ਡਾਇਆਫ੍ਰੈਗਮ ਹੈ ਜਾਂ ਸਾਡੀ ਚੈਸਟ ਦੇ ਵਿੱਚ ਹੈ ਉਹ ਐਕਸਪੈਂਡ ਕਰ ਜਾਂਦਾ ਐਂਡ ਦਾ ਚੈਸਟ ਕੈਵਿਟੀ ਬਿਕਮਜ਼ ਲਾਰਜਰ ਐਜ਼ ਏ ਰਿਜ਼ਲਟ।
ਏਅਰ ਅੰਦਰ ਜਾਣ ਕਰਕੇ ਐਕਸਪੈਂਡ ਕਰ ਜਾਂਦਾ। ਬਿਕੋਜ਼ ਆਫ ਦਿਸ ਏਅਰ ਇਜ਼ ਸ਼ਕਡ ਇਨ ਟੂ ਦ ਲੰਗਸ ਐਂਡ ਫਿਲਡ ਦੀ ਐਕਸਪੈਂਡਡ ਐਲਵੋਲੀਜ਼, ਕਿਉਂਕਿ ਐਲਵੋਲੀਜ਼ ਦੇ ਵਿੱਚ ਏਅਰ ਫਿਲ ਹੋ ਜਾਂਦੀ ਹੈ। ਦੀ ਬਲੱਡ ਬ੍ਰਿੰਗਸ ਕਾਰਬਨ ਡਾਈਆਕਸਾਈਡ ਫਰੋਮ ਦ ਰੈਸਟ ਆਫ ਦ ਬੋਡੀ ਫਾਰ ਰਿਲੀਜ਼ ਇਨਟੂ ਐਲਵੋਲੀਜ਼। ਅਤੇ ਜਿਹੜੇ ਬਲੱਡ ਵੈਸਲਸ ਨੇ, ਬਲੱਡ ਦੀਆਂ ਨਾੜੀਆਂ ਨੇ, ਬੋਡੀ ਵਿੱਚੋਂ ਜੋ ਯੂਜ਼ ਕਰ ਲਈ ਸੈੱਲਾਂ ਨੇ ਉਹ ਕਾਰਬਨ ਡਾਈਆਕਸਾਈਡ ਲੈ ਕੇ ਆਉਂਦੀਆਂ ਹਨ। ਇਸ ਲਈ ਜਦੋਂ ਸਾਹ ਅੰਦਰ ਜਾਂਦਾ ਹੈ ਤਾਂ ਐਲਵੋਲੀਜ਼ ਆਕਸੀਜਨ ਰਿਲੀਜ਼ ਕਰ ਦਿੰਦੀਆਂ ਨੇ ਬੋਡੀ ਲਈ, ਅਤੇ ਬੋਡੀ ਵੱਲੋਂ ਯੂਜ਼ ਹੋਈ ਕਾਰਬਨ ਡਾਈਆਕਸਾਈਡ ਨੂੰ ਰਿਸੀਵ ਕਰ ਲੈਂਦੀਆਂ ਹਨ। ਐਂਡ ਦੀ ਆਕਸੀਜਨ ਇਨ ਐਲਵੋਲੀਅਰ ਇਜ਼ ਟੇਕਨ ਅਪ ਬਾਏ ਦਾ ਬਲੱਡ ਇਨ ਦ ਐਲਵੋਲੀਅਰ ਬਲੱਡ ਵੈਸਲਸ ਟੂ ਬੀ ਟਰਾਂਸਪੋਰਟਡ ਟੂ ਆਲ ਦਾ ਸੈਲਸ, ਅਤੇ ਆਕਸੀਜਨ ਸਾਰੇ ਸੈੱਲਾਂ ਤੱਕ ਟਰਾਂਸਪੋਰਟ ਕਰ ਦਿੱਤੀ ਜਾਂਦੀ ਹੈ। ਡੂਰਿੰਗ ਬਰੀਦਿੰਗ ਸਾਈਕਲਸ ਕੀ ਹੁੰਦਾ ਹੈ? ਵੈਨ ਏਅਰ ਇਜ਼ ਟੇਕਨ ਇਨ ਐਂਡ ਲੈਟ ਆਊਟ, ਹਵਾ ਅੰਦਰ ਜਾਂਦੀ ਹੈ ਅਤੇ ਬਾਹਰ ਆਉਂਦੀ ਹੈ। ਦੀ ਲੰਗਸ ਆਲਵੇਜ਼ ਕੰਟੇਨਡ ਰੈਜ਼ੀਡਿਊਲ ਵੋਲੀਊਮ ਆਫ ਏਅਰ ਸੋ ਦੈਟ ਦੇਅਰ ਇਜ਼ ਸਫੀਸ਼ੈਂਟ ਟਾਈਮ ਆਫ ਆਕਸੀਜਨ ਟੂ ਬੀ ਅਬਜ਼ੋਰਬਡ ਐਂਡ ਫਾਰ ਦਾ ਕਾਰਬਨ ਡਾਈਆਕਸਾਈਡ ਟੂ ਬੀ ਰਿਲੀਜ਼ਡ। ਇਸ ਸਮੇਂ ਦੌਰਾਨ ਇੱਕ ਸਫੀਸ਼ੈਂਟ ਟਾਈਮ ਹੁੰਦਾ ਐਲਵੋਲੀਜ਼ ਦੇ ਕੋਲ ਕਿ ਉਹ ਆਕਸੀਜਨ ਨੂੰ ਅਬਜ਼ੋਰਬ ਕਰ ਲੈਂਦੀਆਂ ਨੇ, ਜੋ ਸਾਰਾ ਹੀ ਅੰਦਰ ਲੈ ਕੇ ਜਾਂਦੇ ਹਾਂ, ਅਤੇ ਜੋ ਵਰਤਿਆ ਗਿਆ ਉਸ ਕਾਰਬਨ ਡਾਈਆਕਸਾਈਡ ਨੂੰ ਰਿਲੀਜ਼ ਕਰ ਦਿੰਦੇ ਹਨ। ਸੋ ਇਸ ਤਰ੍ਹਾਂ ਜਿਹੜੀ ਰੈਸਪੀਰੇਸ਼ਨ ਪ੍ਰੋਸੈਸ ਹੈ ਚੱਲਦੀ ਰਹਿੰਦੀ ਹੈ। ਸੋ ਇਸ ਨੂੰ ਬੇਟੇ ਪੜ੍ਹ ਲੈਣਾ ਹੈ। ਜੋ ਨੈਕਸਟ ਟੌਪਿਕ ਹੈ ਟਰਾਂਸਪੋਰਟੇਸ਼ਨ। ਹੁਣ ਜੋ ਫੂਡ ਪ੍ਰਪੇਅਰ ਹੋ ਗਿਆ ਉਸਨੂੰ ਟਰਾਂਸਪੋਰਟ ਕਿਵੇਂ ਕਰਨਾ ਹੈ, ਇਹ ਨੈਕਸਟ ਲੈਕਚਰ ਦੇ ਨਾਲ ਹੀ ਤੁਸੀਂ ਇਹ ਵੀਡੀਓ ਵੀ ਆਡੀਓ ਸੁਣ ਲੈਣੀ ਹੈ ਅਤੇ 2-3 ਵਾਰ ਸੁਣ ਲੈਣੀ ਹੈ, ਧਿਆਨ ਨਾਲ ਸਮਝ ਲੈਣਾ ਹੈ। ਥੈਂਕ ਯੂ ਬੇਟੇ, ਹੈਵ ਏ ਨਾਈਸ ਡੇ।